अस्सलाम वालेकुम दोस्तों, मैं ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਤੇ ਤੁਸੀਂ ਵੇਖਦੇ ਪਏ ਹੋ ਡਿਜੀਟਲ ਕਿਸਾਨ ਪਾਕਿਸਤਾਨ ਤੇ ਕਿਸਾਨ ਵੀਰ ਭਰਾਓ। ਅੱਜ ਮੈਂ ਤੁਹਾਨੂੰ ਸੈਰ ਕਰਾਵਾਂਗਾ ਜਨਾਬ ਭਲ ਸਫਾਈ ਦੀ। ਜਿਸ ਤਰੀਕੇ ਸਾਡਾ ਨਹਿਰ ਮਹਿਕਮਾ ਜਨਾਬ ਭਲ ਸਫਾਈ ਕਰਦਾ ਹੈ ਨਹਿਰਾਂ ਦੀ ਰਜਵਾਇਆਂ ਦੀ, ਤੇ ਸਾਡਾ ਜਿਹੜਾ ਰਾਜਬਾਗ ਸ਼ਾਮਾਂ ਦੇ ਸਵਾਗ ਨਹਿਰ ਵਿੱਚ ਨਿਕਲਦਾ ਹੈ, ਇਹਦੀ ਤੁਹਾਨੂੰ ਮੈਂ ਭਲ ਸਫਾਈ ਵਿਖਾਣਾ ਵੀ ਕਿਸ ਤਰੀਕੇ ਠੇਕੇਦਾਰ ਨੇ ਬੰਬ ਕੱਢੀ ਹੈਗੀ ਹੈ। ਤੇ ਆਓ ਚਲੀਏ ਜਨਾਬ ਨਾਲ ਸੈਰ ਕਰੀਏ ਤੇ ਨਾਲ ਹੀ ਮਜ਼ੀਦ ਜਿਹੜੀ ਹੈ ਗੱਪਸ਼ਪ ਲਾਣੇ ਤੇ ਤੁਸੀਂ ਦੱਸਿਆ ਵੀ ਤੁਹਾਡੇ ਇਲਾਕੇ ਦੇ ਜਿਹੜੇ ਰਜਵਾਏ ਹੈਗੇ ਨੇ ਜਾਂ ਨਹਿਰਾਂ ਹੈਗੀਆਂ ਨੇ ਕਿਸ ਤਰੀਕੇ ਉਹਨਾਂ ਭਲ ਸਫਾਈ ਕੀਤੀ ਹੈ, ਇਸੇ ਤਰ੍ਹਾਂ ਕੀਤੀ ਹੈ ਜਾਂ ਇਸ ਨਾਲੋਂ ਚੰਗੀ ਕੀਤੀ ਹੈ। ਤੇ ਮੇਰਾ ਖਿਆਲ ਵੀ ਸਾਡੇ ਪਾਸੇ ਤੋਂ ਉਹਨਾਂ ਬੰਬ ਕੱਢ ਦਿੱਤੀ ਹੈ। ਆਓ ਚਲੀਏ ਤੁਹਾਨੂੰ ਵਿਖਾਈਏ ਦੋਸਤੋ। ਇਸ ਪੁਲ ਤੋਂ ਆਪਾਂ ਜਨਾਬ ਪਿਛਲੀ ਪੁਲ ਤੱਕ ਜਾਂਦੇ ਹਾਂ। ਇਹਦੇ ਵਿੱਚ ਦੋ ਮੋਗੇ ਆਉਣਗੇ ਤੇ ਜ਼ਰਾ ਚੈੱਕ ਕਰਿਆ ਜੇ। ਤੇ ਹੁਣ ਥੋੜੀ ਜਿਹੀ ਤੁਹਾਨੂੰ ਨਜ਼ਰ ਮੈਂ ਲਹਿੰਦੇ ਪਾਸੇ ਵਿਖਾ ਲਈਏ ਜਿੱਧਰ ਰਜਵਾ ਜਾਂਦਾ ਪਿਆ ਪਾਣੀ ਜਾਂਦਾ ਹੈ। ਇਹ ਚੈੱਕ ਕਰ ਸਕਦੇ ਹੋ। ਆ ਇੱਕ ਟੱਪਾ ਸੁੱਟਿਆ ਪਿਆ ਜੇ ਤੇ ਅਗਲੀ ਪੁਲ ਤੱਕ ਜਿਹੜੀ ਅੱਗੇ ਵੀ ਇੱਕ ਪੁਲ ਨਜ਼ਰ ਆਉਂਦੀ, ਮੈਂ ਜ਼ੂਮ ਕਰਨਾ ਉਹ ਸਾਹਮਣੇ, ਉੱਥੇ ਰਸਤੇ 'ਚ ਵੀ ਇੱਕ ਜਗ੍ਹਾ ਤੇ ਇੱਕ ਦੋ ਟੱਪੇ ਸੁੱਟੇ ਪਏ ਨੇ ਬਸ। ਇਹ ਹੋਈ ਪਈ ਜੇ ਭਲ ਸਫਾਈ। ਤੇ ਆਓ ਹੁਣ ਆਪਾਂ ਚੱਲਨੇ ਜਨਾਬ ਪਿਛਲੇ ਪਾਸੇ ਜਦੋਂ ਪਾਣੀ ਆਉਂਦਾ ਹੈਗਾ ਤੇ ਅਰਬਾਂ ਰੁਪਈਆ ਜਨਾਬ ਹਕੂਮਤ ਪਾਸ ਕਰਦੀ ਹੈ ਭਲ ਸਫਾਈ ਦੇ ਨਾਂ ਤੇ ਜਿਹੜੀ ਭਲ ਸਫਾਈ ਹੈ ਇਹ ਤੁਹਾਡੇ ਸਾਹਮਣੇ ਹੈਗਾ ਜੇ। ਕਿਸੇ ਕਿਸਮ ਦੀ ਕੋਈ ਭਲ ਸਫਾਈ ਨਹੀਂ ਨਜ਼ਰ ਆਉਂਦੀ ਪਈ। ਜਿੱਥੇ ਜਿੱਥੇ ਉਹਨਾਂ ਦਾ ਦਿਲ ਕਰਦਾ ਹੈ ਦੋ ਦੋ ਟੱਪੇ ਪਟੜੀ ਤੇ ਰੱਖ ਦਿੰਦੇ ਨੇ ਐਜ਼ ਏ ਖਾਨਾਪੁਰੀ। ਤੁਸੀਂ ਅੰਦਾਜ਼ਾ ਲਾ ਲਓ ਵੀ ਅਰਬਾਂ ਰੁਪਈਏ ਵਸੂਲ ਕਰਦੇ ਨੇ ਤੇ ਭਲ ਸਫਾਈ ਦੇ ਨਾਂ ਤੇ ਜਨਾਬ ਪੈਸਾ ਖਾ ਜਾਂਦੇ ਨੇ ਠੇਕੇਦਾਰ। ਸਮਝ ਨਹੀਂ ਆਉਂਦੀ ਵੀ ਇਸ ਤਰੀਕੇ ਅਗਰ ਭਲ ਸਫਾਈ ਹੈ ਤੇ ਫਿਰ ਅੱਲਾ ਹੀ ਹਾਫਿਜ਼ ਹੈ। ਆ ਚੈੱਕ ਕਰੋ ਜੀ, ਥੋੜੀ ਜਿਹੀ ਜਗ੍ਹਾ ਤੇ ਜਨਾਬ ਇੱਕ ਪਾਸੇ ਉਹਨਾਂ ਆ ਥੱਲੇ ਰਜਵਾਇਤ ਵਿੱਚ ਟੋੜਾ ਮਾਰ ਦਿੱਤਾ ਹੈ। ਆ ਚੈੱਕ ਕਰੋ, ਜਿਵੇਂ ਨੇ ਕੋਈ ਖਾਲੀ ਖੱਟੀ ਦੀ ਉਨੀ ਕੁ ਉਹਨਾਂ ਖੜ ਦਿੱਤੀ ਹੈ। ਇਹ ਜੀ ਹੋ ਗਈ ਭਲ ਸਫਾਈ। ਆ ਚੈੱਕ ਕਰਿਆ ਤੇ ਮਜ਼ੀਦ ਆਪਾਂ ਅੱਗੇ ਚੱਲਨੇ ਹਾਂ ਤੇ ਤੁਹਾਨੂੰ ਅੰਦਾਜ਼ਾ ਹੋ ਜਾਵੇਗਾ ਕਿਸ ਤਰੀਕੇ ਲੁੱਟ ਮਾਰ ਜਿਹੜੀ ਹੈ ਸਾਡੇ ਮੁਲਕ ਦੇ ਵਿੱਚ ਜਾਰੀ ਹੈਗੀ ਹੈ। ਕੋਈ ਮਹਿਕਮਾ ਵੀ ਆਪਣਾ ਕੰਮ ਜਿਹੜਾ ਨਾ ਸਹੀ ਤਰੀਕੇ ਨਾਲ ਸਰ ਅੰਜਾਮ ਨਹੀਂ ਦਿੰਦਾ। ਹਰ ਅਫਸਰ ਕਹਿੰਦਾ ਵੀ ਪੈਸਾ ਗਵਰਨਮੈਂਟ ਦਾ ਹੈ, ਆਵਾਮ ਦੇ ਟੈਕਸ ਦਾ ਹੈ, ਕੋਈ ਜ਼ਿੰਮੇਵਾਰੀ ਨਾਲ ਕੰਮ ਨਹੀਂ ਕਰਵਾਉਂਦਾ। ਤੇ ਬਸ ਜਨਾਬ ਅੱਲਾ ਹੀ ਖੈਰ ਕਰੇ। ਹੁਣ ਚੈੱਕ ਕਰਦੇ ਆਓ ਕੋਈ ਤੁਹਾਨੂੰ ਭਲ ਸਫਾਈ ਨਜ਼ਰ ਆਉਂਦੀ ਪਈ ਹੋਵੇ ਤੇ ਮੈਂ ਜਨਾਬ ਤੁਹਾਨੂੰ ਇਨਾਮ ਦੇਵਾਂਗਾ। ਤੇ ਮੇਰਾ ਖਿਆਲ ਹੈ ਕਾਗਜ਼ਾਂ ਦੇ ਵਿੱਚ ਤਾਂ ਉਹਨਾਂ ਆਖਿਆ ਹੋਣਾ ਵੀ ਅਸੀਂ ਬੰਬ ਕੱਢ ਆਏ ਹਾਂ ਵੀ ਭਲ ਸਫਾਈ ਦੀਆਂ ਦੂੜਾਂ ਵੱਢ ਦਿੱਤੀਆਂ ਨੇ। ਤੇ ਸਾਡੇ ਪਾਸੇ ਤਾਂ ਬਈ ਇਹ ਹਿਸਾਬ ਕਿਤਾਬ ਜੇ। ਇਹ ਚੈੱਕ ਕਰੋ, ਟੱਪਾ ਛੱਪਾ ਰੱਖਣਾ ਬਣਦਾ ਸੀ, ਬਲਕਿ ਵੈਸੇ ਵੀ ਰਜਵਾਇਆਂ ਨੂੰ ਨਾ ਬਰਾਬਰ ਖੱਟਣਾ ਹੁੰਦਾ ਹੈ ਤਾਂ ਕਿ ਪਾਣੀ ਜਿਹੜਾ ਨਾ ਬਗੈਰ ਰੁਕਾਵਟ ਤੋਂ ਅੱਗੇ ਜਾਵੇ। ਅੰਦਾਜ਼ਾ ਲਾਓ ਪਿਛਲੇ ਮੋਗੇ ਤੋਂ ਲੈ ਕੇ ਅਗਲੇ ਮੋਗੇ ਤੱਕ ਆ ਦੋ ਜਗ੍ਹਾ ਤੇ ਜਿਹੜਾ ਹੈ ਨਾ ਆ ਦਿਖਾਈ ਦਿੰਦੀ ਵੀ ਆਹ ਦੋ ਚਾਰ ਟੱਪੇ ਆ ਰੱਖੇ ਪਏ ਜੇ। ਇਹ ਹੋਈ ਪਈ ਜੇ ਭਲ ਸਫਾਈ। ਮੈਂ ਹੈਰਾਨ ਹਾਂ ਵੀ ਅਰਬਾਂ ਰੁਪਈਏ ਵੱਡੇ ਵੱਡੇ ਤੁਹਾਡੇ ਕੋਲ ਮਹਿਕਮੇ ਕੋਲ ਡਾਲੇ, ਇਹਨਾਂ ਹਕੂਮਤ ਦਾ ਡੀਜ਼ਲ ਪੈਟਰੋਲ ਖਰਚਾ। ਇਹ ਚੈੱਕ ਕਰੋ ਜੀ, ਇਹ ਹੋ ਗਈ ਜੀ ਭਲ ਸਫਾਈ। ਤੇ ਮੇਰਾ ਖਿਆਲ ਵੀ ਇਸ ਤਰੀਕੇ ਭਲ ਸਫਾਈ ਅਸਾਂ ਨਹੀਂ ਵੇਖੀ ਜਿਹੜੀ ਇਹ ਕਰਕੇ ਚਲੇ ਗਏ ਨੇ। ਮਜ਼ੀਦ ਅੱਗੇ ਚੱਲਨੇ ਜਨਾਬ ਤੁਹਾਨੂੰ ਵਿਖਾਣੇ ਹੈ ਵੀ ਇਹਨਾਂ ਦੀ ਕਾਰਕਰਦਗੀ ਵੀ ਕਿਸ ਤਰੀਕੇ ਨਾਲ ਰਜਵਾਈ ਦੀ ਸਫਾਈ ਕੀਤੀ ਹੈ। ਮੁਹੰਮਦ ਇਕਬਾਲ ਇਸੇ ਤਰੀਕੇ ਹੀ ਹੈ, ਉਵੇਂ ਹੀ ਪਿਆ ਹੈ। ਅਗਾਂਗਾ ਟੁਰ ਮੈਨੂੰ ਨਜ਼ਰ ਆ ਪਿਛਲੇ ਪੁਲ ਤੋਂ ਇੱਕ ਦੋ ਜਗ੍ਹਾ ਤੇ ਦੋ ਟੱਪੇ ਰੱਖੇ ਪਏ ਨੇ ਬਸ, ਉਵੇਂ ਹੀ ਪਿਆ ਹੈ। ਤੇ ਨਜ਼ੀਰ ਖਾਨ ਇਸ ਤਰੀਕੇ ਤੁਸੀਂ ਵੇਖੀਏ ਭਲ ਸਫਾਈ ਭਾਈਜਾਨ ਬਿਲਕੁਲ ਸਾਰੀ ਟੋਟਲ ਵੇਖ ਤੇ ਆ ਰਹੇ ਆ ਉਹ ਪਿੱਛੋਂ ਲੈ ਤੇ ਤਕਰੀਬਨ 2 ਕਿਲੋਮੀਟਰ ਤੱਕ ਹੈ। ਤੇ ਮੇਰਾ ਖਿਆਲ ਹੈ ਵੀ ਹਾਲੀ ਰਜਵਾ ਤਾਂ ਪਤਾ ਨਹੀਂ ਕਿੰਨੇ ਕਿਲੋਮੀਟਰ ਲੰਬਾ ਹੈ। ਜਾ ਰਹੇ ਆ ਤੇ ਅੱਗੇ ਵੀ ਇਹ ਹਾਲ ਹੀ ਹੈ, ਇਹ ਹਾਲ ਹੈ। ਤੇ ਇਹ ਨਿਰੀ ਆ ਲੁੱਟ ਮਾਰ ਦੋਸਤੋ। ਤੇ ਇਹ ਬੁਰਜੀ ਨੰਬਰ ਮੇਰਾ ਖਿਆਲ ਲਿਖਿਆ ਹੋਇਆ ਹੈ ਬੁਰਜੀ ਨੰਬਰ 48। ਤੇ ਚੈੱਕ ਕਰੋ ਜੀ, ਮਜ਼ੀਦ ਅੱਗੇ ਤੁਹਾਨੂੰ ਵਿਖਾਣੇ ਹੈ। ਅਗਰ ਹੁਕੂਮਤ ਜਿਹੜੀ ਹੈ ਬਜਟ ਪਾਸ ਕਰਦੀ ਹੈ, ਕੌਮੀ ਖਜ਼ਾਨੇ 'ਚ ਪੈਸੇ ਕੱਢਦੀ ਹੈ ਨਹਿਰਾਂ ਦੀ ਸਫਾਈ ਵਾਸਤੇ, ਤੇ ਫਿਰ ਉਹ ਸਫਾਈ ਹੁੰਦੀ ਕਿਉਂ ਨਹੀਂ? ਇਹ ਚੈੱਕ ਕਰੋ ਜੀ, ਇਹ ਇੱਕ ਟੋੜਾ ਵੱਜਿਆ ਪਿਆ ਜੇ ਤੇ ਇਹ ਦੋ ਟੱਪੇ ਰੱਖੇ ਪਏ ਜੇ। ਅੰਦਾਜ਼ਾ ਲਾ ਲਓ। ਤੇ ਮਜ਼ੀਦ ਆਪਾਂ ਅੱਗੇ ਚੱਲਨੇ ਹਾਂ ਅਗਲੀ ਪੁਲ ਤੋਂ ਅੱਗੇ ਤੁਹਾਨੂੰ ਵਿਖਾਣੇ ਹੈ। ਤੇ ਨਾਲ ਮੈਂ ਆਪਣੇ ਵੀਰ ਭਰਾ ਨੂੰ ਦੱਸਦਾ ਚੱਲਾਂ ਵੀ 2 ਸਾਲ ਪਿੱਛੇ ਜਾਈਏ ਤਾਂ ਮੈਂ ਜਨਾਬ ਇੱਕ ਵੀਡੀਓ ਬਣਾਈ ਸੀ ਇਸੇ ਭਲ ਸਫਾਈ ਦੇ ਬਾਰੇ। ਜਾਂ ਮੈਂ ਵੀਡੀਓ ਅਪਲੋਡ ਕੀਤੀ ਤੇ ਸ਼ਾਮੀ ਜਨਾਬ ਅੱਗੋਂ ਸੁਬਾਹ ਵੇਖਿਆ ਤੇ ਰਜਵਾ 'ਚ ਪਾਣੀ ਆ ਗਿਆ, ਨਾ ਹੋਗਾ ਬਾਂਸ ਨਾ ਬਜੇਗੀ ਬਾਂਸਰੀ। ਜਦੋਂ ਪਾਣੀ ਆ ਗਿਆ ਪਤਾ ਨਹੀਂ ਲੱਗਾ ਵੀ ਭਲ ਸਫਾਈ ਹੋਈ ਹੈ ਜਾਂ ਨਹੀਂ ਹੋਈ। ਇਹ ਕੋਈ ਚਾਰ ਟੱਪੇ ਜਿਹੜੇ ਨੇ ਇਹ ਬਾਹਰ ਗੱਡੇ ਪਏ ਨੇ ਇੱਥੇ ਨਜ਼ਰ ਆਉਂਦੇ ਪਏ ਨੇ, ਲੇਕਿਨ ਫਿਰ ਵੀ ਤੁਸੀਂ ਅੰਦਾਜ਼ਾ ਲਾਓ
ਇਹਨਾਂ ਰੁਕਾਵਟਾਂ ਦੂਰ ਕਰਨ ਦੀ ਬਜਾਏ ਮੋਗੀ ਤੇ ਗਿਆ ਰੁਕਾਵਟ ਪਈ ਨਜ਼ਰ ਆਉਂਦੀ ਵੀ ਆ ਚੈੱਕ ਕਰ ਲਓ, ਉਹ ਮੋਗੀ ਹੈ, ਇਹ ਰੁਕਾਵਟ ਹੈ। ਇਹ ਪਰਲੇ ਪਾਸੇ 4 ਟੱਪੇ ਨਜ਼ਰ ਆਉਂਦੇ ਪਏ ਨੇ ਤੇ ਇਸ ਪਾਸੇ ਤੇ ਜਨਾਬ ਫਿਰ ਅੱਗੇ ਆਪਾਂ ਚਲਦੇ, ਮੈਂ ਤੁਹਾਨੂੰ ਵਿਖਾਣਾ ਮਜ਼ੀਦ। ਆ ਚੈੱਕ ਕਰੋ, ਪਟੜੀ ਚੈੱਕ ਕਰ ਲਓ ਵੀ ਪਟੜੀ ਜਿਹੜੀ ਹੈ ਕਿੰਨੀ ਚੌੜੀ ਹੈ ਤੇ ਕਿੰਨੀ ਤਕੜੀ ਇਹਨਾਂ ਬਣਾਈ ਹੋਈ ਹੈ। ਜ਼ਰਾ ਜਨਾਬ ਪਾਣੀ ਰਜਵਾ 'ਚ ਵੱਲ ਹੋਇਆ, ਨਹੀਂ ਤੇ ਇੱਥੋਂ ਜਨਾਬ ਪਾਣੀ ਲੁੜ ਜਾ ਸੀਦਾ। ਕੋਈ ਪਟੜੀ ਨਹੀਂ, ਕੋਈ ਕੁਛ ਨਹੀਂ। ਆ ਸਫਾਈ ਚੈੱਕ ਕਰੋ, ਬੁਰਜੀ ਨੰਬਰ 47 ਇਹ ਚੈੱਕ ਕਰੋ। ਆ ਪਰਲੇ ਪਾਸੇ ਆਹ ਦੋ ਨਜ਼ਰ ਆਉਂਦਾ ਪਿਆ ਹੋਵੇਗਾ ਤੇ ਸਫਾਈ ਵਿੱਚ ਜਨਾਬ ਕਰੇਨ ਬੜੀ ਨਹੀਂ ਹੈਗੀ, ਕੋਈ ਨਜ਼ਰ ਨਹੀਂ ਪਿਆ ਆਉਂਦਾ। ਇਹ ਚੈੱਕ ਕਰੋ, ਇਹਨੂੰ ਕਹਿੰਦੇ ਨੇ ਬਲ ਸਫਾਈ। ਮਤਲਬ ਕਿਸੇ ਨੇ ਆਪਣੀ ਜ਼ਿੰਮੇਵਾਰੀ ਕਬੂਲ ਨਹੀਂ ਕਰਨੀ ਹੈਗੀ, ਆਵਾਮ ਦੇ ਟੈਕਸਾਂ ਦਾ ਪੈਸਾ ਬਿਲਕੁਲ ਜਨਾਬ ਜ਼ਾਇਆ ਹੀ ਕਰਨਾ ਹੈ। ਇਹ ਹੁਣ ਅੰਦਾਜ਼ਾ ਲਾ ਲਓ ਜੀ ਬਲ ਸਫਾਈ ਦਾ। ਆਹ ਸਾਈਡ ਤੋਂ ਨਜ਼ਰ ਆਉਂਦੀ ਪਈ ਹੋਵੇਗੀ ਤਾਂ ਹੁਣ ਆਪਾਂ ਰਜਵਾ ਦੇ ਵਿੱਚ ਆ ਗਏ ਹਾਂ। ਚੈੱਕ ਕਰੋ, ਕਿਸੇ ਕਿਸਮ ਦੀ ਬਲ ਸਫਾਈ ਕੋਈ ਨਹੀਂ ਹੋਈ ਪਈ। ਆ ਪਰਲੀ ਸਾਈਡ ਤੇ ਜਿਹੜਾ ਸਾਈਡ ਤੋਂ ਬਾਹਰਲੇ ਪਾਸੇ ਕਰੇਨ ਨੇ ਟੱਪਾ ਟੱਪਾ ਜਿਹੜਾ ਹੈ ਨਾ ਆ ਪਰਲੇ ਪਾਸੇ ਉੱਤੇ ਰੱਖਿਆ ਜਾਂ ਬਸ, ਵਰਨਾ ਆ ਚੈੱਕ ਕਰ ਲਓ। ਤੇ ਮੈਂ ਫਿਰ ਇੱਕ ਵਾਰੀ ਦੱਸਦਾ ਚਲਾਂਗੇ, ਰਾਜਬਾਗ ਸ਼ਾਮਦ ਸੁਹਾਗ ਨਹਿਰ ਵਿੱਚ ਨਿਕਲਦਾ ਜੇ ਤੇ ਮੈਂ ਨਾ ਵੀ ਹਰ ਸਾਲ ਜਿਹੜਾ ਹੈ ਨਾ ਇਸੇ ਤਰੀਕੇ ਇਸ ਦੀ ਭਲ ਸਫਾਈ ਹੁੰਦੀ ਹੈ। ਜਿਸ ਤਰੀਕੇ ਆ ਵੇਖ ਸਕਦੇ ਹੋ, ਇਹ ਪਿਛਲੇ ਸਾਲ ਦੀ ਵੱਜੀ ਹੋਈ ਹੈ ਪਟੜੀ, ਇਹ ਬਾਕੀ ਤੁਹਾਡੇ ਸਾਹਮਣੇ ਹੈ। ਹੁਣ ਮਜ਼ੀਦ ਆਪਾਂ ਅਗਲੀ ਪੁਲ ਤੱਕ ਚੱਲਨੇ ਹਾਂ ਤੇ ਤੁਹਾਨੂੰ ਵਿਖਾਣੇ ਆ ਵੀ ਇਹ ਤਕਰੀਬਨ 2 ਕਿਲੋਮੀਟਰ ਤੱਕ ਇਹ ਹਿਸਾਬ ਕਿਤਾਬ ਹੈ ਤੇ ਇਹਨਾਂ ਕੰਮ ਕਿੰਨਾ ਕੀਤਾ ਹੋਵੇਗਾ। ਇਹ ਚੈੱਕ ਕਰੋ ਜੀ, ਇਹ ਵੇਖ ਲਓ ਆ ਥੋੜੀ ਥੋੜੀ ਮਿੱਟੀ ਜੀ ਰੱਖੀ ਪਈ ਹੈ ਤੇ ਪਰਲਾ ਪਾਸਾ ਚੈੱਕ ਕਰ ਲਓ। ਮੈਂ ਨਾ ਪਰਲੇ ਪਾਸੇ ਕੁਛ ਵੀ ਨਹੀਂ ਹੈ, ਗੰਦ ਹੀ ਗੰਦ ਨਜ਼ਰ ਆਉਂਦਾ ਪਿਆ ਵਿੱਚ ਤੇ ਕੋਈ ਸਫਾਈ ਨਹੀਂ ਹੋਈ, ਕੋਈ ਕੁਛ ਨਹੀਂ ਹੋਇਆ ਤੇ ਬਜਟ ਅਰਬਾਂ ਦਾ। ਇਹ ਚੈੱਕ ਕਰੋ, ਮੈਂ ਨਾ ਜੀ ਆਪਰਾਂ ਚੈੱਕ ਕਰੋ ਜੀ ਦੋਸਤੋ, ਤੇ ਬਜਟ ਜਿਹੜਾ ਨਾ ਅਰਬਾਂ ਰੁਪਈਆਂ ਦਾ। ਇੱਧਰ ਆਣ ਸੁਲੰਗ ਲੱਗਾ ਹੋਇਆ, ਫਿਰ ਵੀ ਜਨਾਬ ਇਹਨਾਂ ਦੇ ਕੰਮ ਚੈੱਕ ਕਰੋ। ਪਰਲੇ ਪਾਸੇ ਲੱਗਣ ਨੂੰ ਜਗ੍ਹਾ ਕੋਈ ਨਹੀਂ, ਪਟੜੀ ਕੋਈ ਨਹੀਂ, ਪਟੜੀ ਖਤਮ ਹੋ ਚੁੱਕੀ ਹੈ ਤੇ ਪੀਰ ਸਾਹਿਬ ਕਹਿ ਰਹੇ ਨੇ ਮਸਜਿਦ ਦਾ ਰਸਤਾ ਹੈ, ਲੇਕਿਨ ਰਸਤਾ ਕੋਈ ਨਹੀਂ, ਕਿਉਂਕਿ ਪਟੜੀ ਹੋਵੇਗੀ ਤਾਂ ਰਸਤਾ ਹੋਵੇਗਾ। ਤੇ ਬਾਕੀ ਤੁਹਾਨੂੰ ਮੈਂ ਬਲ ਸਵਾਈ ਵਿਖਾ ਲਵਾਂ ਪੁੱਲ ਤੱਕ ਮੇਰੀ ਗੁੰਜਾਇਸ਼ ਹੈ, ਕਿਉਂਕਿ ਗਰਮੀ ਪੈਂਦੀ ਪਈ ਹੈ ਤੇ ਵੈਸੇ ਮੈਂ ਤਾਂ ਗਿਆ ਥੱਕ ਕੇ ਇਹਨਾਂ ਦੇ ਕੰਮ ਵਿਖਾ ਤੇ ਇਸ ਤਰੀਕੇ ਸਾਡਾ ਨਹਿਰ ਮਹਿਕਮਾ ਮਾਸ਼ਾਅੱਲਾ ਇਮਾਨਦਾਰੀ ਨਾਲ ਕੰਮ ਵਿਖਾਉਂਦਾ ਹੈਗਾ ਤੇ ਕੰਮ ਕਰਦਾ। ਪਰਲਾ ਪਾਸਾ ਚੈੱਕ ਕਰ ਲਓ ਤੇ ਪਰਲੇ ਪਾਸੇ ਦੀ ਪਟੜੀ ਹੈ ਹੀ ਕੋਈ ਨਹੀਂ, ਸਮਝ ਲਓ ਫਿਰ ਜਵਾਹ ਜਿਹੜਾ ਇਹਨੂੰ ਪਿੰਡ ਨੂੰ ਪੈਂਦਾ ਪਿਆ ਹੈ। ਆਏ ਰੋਜ਼ ਜਨਾਬ ਹਰ ਸਾਲ ਅਰਬਾਂ ਰੁਪਈਏ ਜ਼ਾਇਆ, ਲੇਕਿਨ ਕੰਮ ਕੱਖ ਦਾ ਕੋਈ ਨਹੀਂ। ਇਹ ਹੁਣ ਆਪਾਂ ਜਨਾਬ ਪੁੱਲ ਦੇ ਅੰਦਰਲੇ ਪਾਸੇ ਚੱਲਦੇ ਪਏ, ਇਹ ਚੈੱਕ ਕਰੋ, ਇਹ ਬਲ ਸਫਾਈ ਹੈਗੀ ਜੀ। ਇਹ ਚੈੱਕ ਕਰੋ ਬਲ ਸਫਾਈ, ਆ 2 ਟੱਪੇ ਰੱਖੇ ਪਏ ਜੇ ਇੱਧਰ ਵੀ। ਇਹ ਜਿਹੜੀ ਪਟੜੀ ਹੈ ਇਹ ਗੁਜ਼ਰਗਾ ਇੱਕ ਸਾਈਡ ਦਾ ਕਿਨਾਰਾ ਹੈਗਾ ਰਜਵਾ ਦਾ ਖਤਮ ਹੋਇਆ ਪਿਆ, ਇਹ ਸਰਕਾਰੀ ਨਾਲਾ ਹੈਗਾ ਜੀ। ਆਹ ਜਿਹੜੀ ਦੀਵਾਰ ਹੈ ਇਹ ਵੀ ਪ੍ਰਾਈਵੇਟ ਜਿਹੜੇ ਜ਼ਮੀਂਦਾਰ ਹੈਗੇ ਨੇ ਉਹਨਾਂ ਬਣਵਾਈ ਸੀ ਤੇ ਇਹਦੇ ਨਾਲ ਵੀ ਮੱਟੀ ਛੱਟੀ ਕੋਈ ਨਹੀਂ। ਤਾਂ ਚੈੱਕ ਕਰੋ ਪੁੱਲ ਦੇ ਅੱਗੇ। ਤੇ ਬਾਕੀ ਮੈਂ ਜਿਸ ਤਰੀਕੇ ਤੁਹਾਨੂੰ ਦੱਸਿਆ ਨਹਿਰ ਮਹਿਕਮੇ ਦਾ ਅਸਲੀ ਅਖੀਰ ਕਰ ਦਿੱਤੀ ਹੈ। ਅੰਦਾਜ਼ਾ ਲਾ ਲਓ ਵੀ ਤੁਸੀਂ ਇਹਨਾਂ ਦੀ ਬੁੱਲ ਸਫਾਈ ਦਾ ਤੇ ਅਰਬਾਂ ਰੁਪਈਏ ਖਾ ਗਏ। ਕੋਈ ਪੁੱਛਣ ਦੱਸਣ ਵਾਲਾ ਨਹੀਂ ਹੈਗਾ। ਅੱਲਾਹ ਤਾਲਾ ਇਹਨਾਂ ਨੂੰ ਹਿਦਾਇਤ ਦੇਵੇ ਤੇ ਸਾਡਾ ਕੰਮ ਹੈ ਅਸੀਂ ਆਵਾਜ਼ ਉਠਾਉਣੀ ਹੈ ਤੇ ਦੱਸਣਾ ਹੈ ਵੀ ਕਿਸ ਤਰੀਕੇ ਇਹ ਲੁੱਟਮਾਰ ਚੱਲਦੀ ਪਈ ਸਾਡੇ ਮੁਲਕ 'ਚ। ਹੁਣ ਇਹ ਚੈੱਕ ਕਰ ਲਓ, ਇਸ ਪੁੱਲ ਤੋਂ ਅਗਲੇ ਪਾਸੇ ਆ ਸੱਜੇ ਪਾਸੇ ਕੋਈ 4 ਟੱਪੇ ਰੱਖੇ ਪਏ ਨੇ, ਪਰਲੇ ਪਾਸੇ ਇੱਕ ਟੱਪਾ ਕੋਈ ਨਜ਼ਰ ਪਿਆ ਆਉਂਦਾ। ਤੇ ਹੁਣ ਮੈਨੂੰ ਦਿਓ ਇਜਾਜ਼ਤ, ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ। ਅੱਲਾ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ।